STP ਚੈਨਲ ਦੇ ਦਰਸ਼ਕਾਂ ਨੂੰ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਅਸੀਂ ਹਮੇਸ਼ਾ ਹੀ ਸਾਡੇ ਦਰਸ਼ਕਾਂ ਲਈ ਸਿੱਖਿਆ ਪ੍ਰਬੰਧਾਂ ਬਾਰੇ ਜਾਂ ਹੋਰ ਸਮਾਜ ਦੀਆਂ ਗੰਭੀਰ ਜਿਹੜੀਆਂ ਚਰਚਾਵਾਂ ਨੇ ਉਹ ਅਸੀਂ ਲੈ ਕੇ ਆਉਂਦੇ ਹਾਂ, ਤੇ ਜਾਂ ਅਸੀਂ ਹੋਰ ਨਵੇਂ ਜਾਣਕਾਰੀ ਭਰਪੂਰ ਜਿਹੜੇ ਪ੍ਰੋਗਰਾਮ ਹੈਗੇ ਉਹ ਅਸੀਂ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖਦੇ ਹਾਂ। ਸੋ ਅੱਜ ਅਸੀਂ ਇੱਕ ਵਿਸ਼ੇਸ਼ ਜਿਹੜੀ ਨਵੀਂ ਕਿਸਮ ਦੀ ਜਾਣਕਾਰੀ ਉਹ ਸਾਡੇ ਦਰਸ਼ਕਾਂ ਲਈ ਲੈ ਕੇ ਆਏ ਹਾਂ। ਜਿਹੜਾ ਮੌਜੂਦਾ ਦੌਰ ਹੈ ਉਹ 21ਵੀਂ ਸਦੀ ਦਾ ਦੌਰ ਹੈ। ਸਿੱਖਿਆ ਜਿਹੜੀ ਸਾਡੀ ਪ੍ਰਾਚੀਨ ਸਿੱਖਿਆ ਸੀ, ਪਾਰੰਪਰਿਕ ਸਿੱਖਿਆ ਸੀ, ਉਹ ਪੁਰਾਣੀ ਸਿੱਖਿਆ ਦੀ ਲੀਹ ਤੋਂ ਹਟ ਕੇ ਨਵੀਆਂ ਜਿਹੜੀਆਂ ਲੀਹਾਂ ਉਹ ਪਾਉਣ ਲੱਗੀ ਹੈ। ਨਵੀਆਂ ਜਿਹੜੀਆਂ ਸਾਡੀਆਂ ਤਕਨੀਕਾਂ ਨੇ, ਨਵੀਂ ਜਿਹੜੀ ਸਾਡੀ ਟੈਕਨੋਲੋਜੀ ਆ ਉਹਦੇ ਨਾਲ ਸਾਡੀ ਨਵੀਂ ਸਿੱਖਿਆ ਜਿਹੜੀ ਉਹ ਜੁੜ ਚੁੱਕੀ ਹੈ। ਤੇ ਵਰਤਮਾਨ ਦੌਰ ਦੇ ਵਿੱਚ ਜਿਹੜਾ ਕਿੱਤਾ ਮੁਖੀ ਸਿੱਖਿਆ ਦਾ ਦੌਰ ਆ ਜਿਹੜਾ ਉਹ ਆਰੰਭ ਹੋਇਆ, ਤੇ ਕਿੱਤਾ ਮੁਖੀ ਕੋਰਸਾਂ ਨੇ ਤੇ ਕਿੱਤਾ ਮੁਖੀ ਡਿਗਰੀ ਜਿਹੜੀਆਂ ਸਾਡੀਆਂ ਨਵੀਆਂ ਸ਼ੁਰੂ ਹੋਈਆਂ ਨੇ ਵਰਤਮਾਨ ਦੌਰ ਦੇ ਵਿੱਚ, ਉਹਨਾਂ ਨੇ ਨਵੇਂ ਵਿਦਿਆਰਥੀਆਂ ਨੂੰ, ਨਵੀਂ ਪੀੜ੍ਹੀ ਨੂੰ ਕਾਫੀ ਆਕਰਸ਼ਿਤ ਕੀਤਾ ਹੈ। ਤੇ ਇਹ ਮੌਜੂਦਾ ਸਮੇਂ ਦੀ ਜ਼ਰੂਰਤ ਵੀ ਹੈ। ਤਾਂ ਇਸ ਮਤਲਬ ਪੱਖ ਨੂੰ ਲੈ ਕੇ ਅਸੀਂ ਸਾਡੇ ਦਰਸ਼ਕਾਂ ਲਈ, ਸਾਡੇ ਨਵੇਂ ਪਿਆਰੇ ਵਿਦਿਆਰਥੀਆਂ ਲਈ ਅਸੀਂ ਨਵੀਂ ਜਾਣਕਾਰੀ ਭਰਪੂਰ ਇਹ ਪ੍ਰੋਗਰਾਮ ਜਿਹੜਾ ਹੈ ਉਹ ਆਪ ਸਭ ਦੇ ਰੂਬਰੂ ਕਰ ਰਹੇ ਹਾਂ। ਮੇਰੇ ਨਾਲ ਨੇ ਮੈਡਮ ਡਾਕਟਰ ਬੰਦਨਾ ਕੁਕਰੇਜਾ ਜੀ, ਜਿਹੜੇ ਇਸ ਵੇਲੇ SD ਕਾਲਜ ਵਿਦਿਅਕ ਸੰਸਥਾਵਾਂ ਵਿਖੇ ਬਤੌਰ ਪ੍ਰੋਫੈਸਰ ਆਪਣੀ ਸੇਵਾ ਨਿਭਾ ਰਹੇ ਨੇ, ਤੇ ਜਿਹੜੇ ਕਿੱਤਾ ਮੁਖੀ ਕੋਰਸਾਂ ਦੇ ਇੰਚਾਰਜ ਨੇ, ਤੇ ਕਿੱਤਾ ਮੁਖੀ ਕੋਰਸਾਂ ਨੂੰ ਲੈ ਕੇ ਜਿਹੜੀ ਨਵੀਂ ਜਾਣਕਾਰੀ ਆ ਉਹ ਆਪ ਸਭ ਨਾਲ ਸਾਂਝੀ ਕਰਨਗੇ। ਕਿਉਂਕਿ ਬੱਚਿਆਂ ਲਈ ਇਹ ਬੜਾ ਮੁਸ਼ਕਲ ਹੁੰਦਾ ਕਿ ਆਫਟਰ +2 ਜਦੋਂ ਉਹ ਸੀਨੀਅਰ ਸੈਕੰਡਰੀ ਕਰ ਲੈਂਦੇ ਨੇ ਜਾਂ ਉਹ 12ਵੀਂ ਕਲਾਸ ਜਿਹੜੀ ਹੈ ਪਾਸ ਕਰ ਲੈਂਦੇ ਨੇ, ਤਾਂ ਉਸ ਤੋਂ ਬਾਅਦ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ ਹੈ ਕਿਸ ਤਰ੍ਹਾਂ ਦਾ ਜਿਹੜਾ ਕੈਰੀਅਰ ਹੈ ਉਹ ਕੈਰੀਅਰ ਦੇ ਸਫ਼ਰ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਨ ਜਾਂ ਕਿਸ ਤਰ੍ਹਾਂ ਦੇ ਕੈਰੀਅਰ ਨੂੰ ਉਹ ਚੁਣਨ। ਤਾਂ ਇਸ ਬਾਰੇ ਦੱਸਣ ਵਾਲਾ ਜਾਂ ਉਹਨਾਂ ਨੂੰ ਰਾਹ ਦਸੇਰਾ ਉਹਨਾਂ ਨੂੰ ਕਈ ਵਾਰ ਉਹਨਾਂ ਨੂੰ ਨਹੀਂ ਦਿਸਦਾ। ਤਾਂ ਉਹ ਇਸ ਵੇਲੇ ਜ਼ਰੂਰੀ ਹੋ ਜਾਂਦਾ ਹੈ ਕਿ ਸੰਸਥਾਵਾਂ ਜਿਹੜੀਆਂ ਨੇ ਉਹ ਆਪਣੀ ਜਾਣਕਾਰੀ ਜਿਹੜੀ ਹੈ, ਵਧੀਆ ਕਿਸਮ ਦੀ ਜਾਣਕਾਰੀ ਜਿਹੜੀ ਹੈ ਉਹ ਬੱਚਿਆਂ ਲਈ ਸਾਹਮਣੇ ਲੈ ਕੇ ਆਉਣ। ਤਾਂ SD ਕਾਲਜ ਸੰਸਥਾ ਜਿਹੜੀ ਹੈ ਉਹ ਵੀ ਆਪਣੀ ਇਸ ਤਰ੍ਹਾਂ ਦੀ ਕੋਸ਼ਿਸ਼ ਜਿਹੜੀ ਹਮੇਸ਼ਾ ਜਾਰੀ ਰੱਖਦੀ ਹੈ। ਕਿੱਤਾ ਮੁਖੀ ਕੋਰਸਾਂ ਦੀ ਜਾਣਕਾਰੀ ਦੇਣ ਲਈ ਮੈਡਮ ਡਾਕਟਰ ਬੰਦਨਾ ਕੁਕਰੇਜਾ ਜੀ ਨੂੰ ਮੈਂ ਇੱਥੇ ਸਾਡੇ STP ਚੈਨਲ ਵਿਖੇ ਉਹ ਆਏ ਨੇ, ਉਹਨਾਂ ਦਾ ਸਵਾਗਤ ਕਰਦੀ ਹਾਂ। ਮੈਡਮ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸੋ ਮੇਰਾ ਸਭ ਤੋਂ ਪਹਿਲਾ ਸਵਾਲ ਜਿਹੜਾ ਹੈ ਕਿੱਤਾ ਮੁਖੀ ਕੋਰਸਾਂ ਨੂੰ ਲੈ ਕੇ, ਸਾਡੀ ਨਵੀਂ ਜਿਹੜੀ ਸਿੱਖਿਆ ਪ੍ਰਣਾਲੀ ਹੈ, ਨਵੀਂ ਟੈਕਨੋਲੋਜੀ ਦੀ ਸਿੱਖਿਆ, ਨਵੀਂ ਤਕਨੀਕੀ ਵਿੱਦਿਆ ਨੂੰ ਲੈ ਕੇ ਉਹਨਾਂ ਨਾਲ ਪਹਿਲਾ ਸਵਾਲ ਜਿਹੜਾ ਇਹੀ ਹੋਊਗਾ ਕਿ ਜਿਹੜਾ ਵਰਤਮਾਨ ਦੌਰ ਦੇ ਵਿੱਚ BVOC ਕੋਰਸਸ ਨੇ, BVOC ਦੇ ਡਿਗਰੀ ਕੋਰਸ ਨੇ ਜਾਂ ਉਹ ਡਿਪਲੋਮਾ ਕੋਰਸ ਨੇ, ਵੈਸੇ ਡਿਗਰੀ ਕੋਰਸਾਂ ਦੀ ਵਧੇਰੇ ਮਹੱਤਤਾ ਹੈ। ਤਾਂ UGC ਨੇ ਨਵੇਂ ਜਿਹੜੇ BVOC ਦੇ ਡਿਗਰੀ ਕੋਰਸ ਸ਼ੁਰੂ ਕੀਤੇ ਨੇ ਕਾਲਜਾਂ ਦੇ ਵਿੱਚ, ਜਾਂ ਉਹਨਾਂ ਬਾਰੇ ਉਹ ਵਿਸਥਾਰ ਸਹਿਤ ਜਿਹੜੀ ਜਾਣਕਾਰੀ ਹੈ ਉਹ ਸਾਡੇ ਦਰਸ਼ਕਾਂ ਨੂੰ ਦੇਣ, ਸਾਡੇ ਪਿਆਰੇ ਨਵੇਂ ਬੱਚਿਆਂ ਨੂੰ ਉਹ ਆਪਣੀ ਜਾਣਕਾਰੀ ਦੇਣ। STP ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਤੇ ਸਪੈਸ਼ਲੀ ਵਿਦਿਆਰਥੀਆਂ ਦੇ ਲਈ ਮੈਂ ਅੱਜ BVOC ਦੇ ਬਾਰੇ ਤੁਹਾਨੂੰ ਕੁਝ ਜਾਣਕਾਰੀ ਦਵਾਂਗੀ ਕਿ ਕਿਸ ਤਰ੍ਹਾਂ ਇਹ BVOC ਕੋਰਸਿਸ ਦੀ ਸ਼ੁਰੂਆਤ ਹੋਈ। ਸੋ BVOC ਦਾ ਮਤਲਬ ਹੈਗਾ ਬੈਚਲਰ ਆਫ ਵੋਕੇਸ਼ਨ, ਤੇ ਇਹ 3 ਸਾਲ ਦੇ ਡਿਗਰੀ ਕੋਰਸ ਹਨ, ਜਿਵੇਂ ਕਿ BA, BSc, BCom ਆਦਿ ਗ੍ਰੈਜੂਏਸ਼ਨ ਕੋਰਸਿਸ ਹੁੰਦੇ ਹਨ। ਇਸੇ ਤਰ੍ਹਾਂ BVOC ਵੀ 3 ਸਾਲ ਦਾ ਡਿਗਰੀ ਦਾ ਗ੍ਰੈਜੂਏਸ਼ਨ ਕੋਰਸ ਹੈ। ਓਕੇ, ਗ੍ਰੈਜੂਏਸ਼ਨ ਕੋਰਸ, ਠੀਕ ਹੈ। ਓਕੇ, 2011 ਦੇ ਵਿੱਚ ਭਾਰਤ ਸਰਕਾਰ ਨੇ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਵੇਖਦੇ ਹੋਏ ਇਹ ਫੈਸਲਾ ਲਿੱਤਾ ਸੀ ਕਿ ਸਾਡੀ ਐਜੂਕੇਸ਼ਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਦੋਂ ਬੱਚਾ ਆਪਣੀ ਪੜ੍ਹਾਈ ਪੂਰੀ ਕਰ ਲੇ ਤੇ ਉਸਦੇ ਕੋਲ ਨੌਲੇਜ ਦੇ ਨਾਲ ਜੌਬ ਦੀਆਂ ਸਕਿੱਲਸ ਵੀ ਹੋਣੀਆਂ ਚਾਹੀਦੀਆਂ, ਮੁਹਾਰਤ ਹੋਵੇ ਕਿਸੇ ਨਾ ਕਿਸੇ ਕੰਮ ਵਿੱਚ, ਕੋਈ ਨਾ ਕੋਈ ਕਿੱਤਾ ਮੁਖੀ ਕੋਰਸ ਜਿਹੜਾ ਉਹਨੇ ਕੀਤਾ ਹੋਵੇ। ਬਿਲਕੁਲ। ਤੇ ਇਸ ਚੀਜ਼ ਨੂੰ ਦੇਖਦੇ ਹੋਏ UGC ਯਾਨੀ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਜੋ ਕਿ ਭਾਰਤ ਦੀ ਸਾਰੀ ਯੂਨੀਵਰਸਿਟੀਜ਼ ਦੀ ਗਵਰਨਿੰਗ ਬੋਡੀ ਹੈ, ਉਹਨਾਂ ਨੇ ਇੱਕ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ, ਤੇ ਉਹਨਾਂ ਨੇ ਇਸ ਸਕੀਮ ਨੂੰ ਨਾਮ ਦਿੱਤਾ BVOC ਯਾਨੀ ਕਿ ਬੈਚਲਰ ਆਫ ਵੋਕੇਸ਼ਨਲ ਡਿਗਰੀ। ਤੇ ਇਸ ਸਕੀਮ ਦੇ ਅੰਡਰ ਇਹਨਾਂ ਨੇ ਕਿੱਤਾ ਮੁਖੀ ਕੋਰਸਿਸ ਦੀ ਸ਼ੁਰੂਆਤ ਕੀਤੀ ਜੀ। ਤੇ ਇਹ ਜਿਹੜੇ ਕੋਰਸ ਹੈ, ਜਿਹੜੇ UGC BVOC ਦੇ ਕੋਰਸਿਸ ਦਿੰਦੀ ਹੈ, ਉਹਨਾਂ ਨੇ ਇਹਨਾਂ ਕਿੱਤਾ ਮੁਖੀ ਕੋਰਸਿਸ ਨੂੰ ਹਰ ਕਾਲਜ, ਹਰ ਯੂਨੀਵਰਸਿਟੀ ਦੀ ਐਜੂਕੇਸ਼ਨ ਦਾ ਹਿੱਸਾ ਬਣਾਇਆ। ਓਕੇ, ਗੁੱਡ। ਸੋ BVOC ਕੋਰਸਿਸ ਜਿਹੜੇ ਹੈ ਇਹ ਕਿੱਤਾ ਮੁਖੀ ਕੋਰਸਿਸ ਹੈ ਜੋ ਕਿ ਅਸੀਂ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਕਰ ਸਕਦੇ ਹਨ, ਤੇ ਇਹਨਾਂ ਦਾ ਹਰ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ, ਹਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਇਹ ਰੁਜ਼ਗਾਰ ਦੇ ਮੌਕੇ ਵਿਦਿਆਰਥੀਆਂ ਨੂੰ ਪ੍ਰਦਾਨ ਕਰਦੇ ਹਨ ਜੀ। ਠੀਕ ਹੈ। ਸੋ UGC ਜੋ ਹੈ ਪਹਿਲਾਂ ਇਹ ਕੋਰਸਿਸ ਨੂੰ ਕਾਲਜਸ ਨੂੰ ਅਪਰੂਵਲ ਦਿੰਦੀ ਹੈ, ਉਸ ਤੋਂ ਬਾਅਦ ਹੀ ਕਾਲਜ
ਇਸ ਕੋਰਸ ਨੂੰ ਸ਼ੁਰੂ ਕਰ ਸਕਦੇ ਯਾਨੀ ਕਿ ਆਫਟਰ ਅਪਰੂਵਲ ਜਿਹੜੀ ਕੋਈ ਸੰਸਥਾ ਹੈ ਉਹ ਇਹਨਾਂ ਕੋਰਸਾਂ ਨੂੰ, ਇਹਨਾਂ ਡਿਗਰੀ ਕੋਰਸਾਂ ਨੂੰ ਸ਼ੁਰੂ ਕਰਦੀ ਹੈ। ਬਿਲਕੁਲ। ਓਕੇ। ਤੇ ਇਹਨਾਂ ਕੋਰਸਾਂ ਨੂੰ ਵਧੀਆ ਤਰੀਕੇ ਚਲਾਉਣ ਦੇ ਲਈ UGC ਜੋ ਹੈ ਫੰਡਸ ਵੀ ਦਿੰਦੀ ਹੈ। ਓਕੇ। ਤਾਂ ਕਿ ਜਿਹੜੇ ਵੀ ਕੋਰਸਿਸ ਕਿਸੇ ਵੀ ਕਾਲਜ ਦੇ ਵਿੱਚ ਸ਼ੁਰੂ ਹੁੰਦੇ ਆ ਤੇ ਉੱਥੇ ਚੰਗੀਆਂ ਲੈਬਸ ਬਣ ਸਕਣ ਤੇ ਬੱਚਿਆਂ ਨੂੰ ਵਧੀਆ ਸੁਵਿਧਾਵਾਂ ਜਿਹੜੀਆਂ ਹੈ ਇਸ ਦਾ ਅਰਥ ਹੈ ਕਿ UGC ਜਿਹੜੀਆਂ ਆਪਣੇ ਵਿਸ਼ੇਸ਼ ਗ੍ਰਾਂਟਾਂ ਨੇ ਉਹ ਸੰਸਥਾਵਾਂ ਨੂੰ ਪ੍ਰਦਾਨ ਕਰਦੀ ਹੈ। ਬਿਲਕੁਲ ਠੀਕ ਹੈ ਜੀ ਮੈਮ। ਹਾਂਜੀ ਮੈਮ, ਤੁਸੀਂ ਇਹਨਾਂ ਕੋਰਸਾਂ ਬਾਰੇ ਵਿਸਥਾਰ ਨਾਲ ਦੱਸਿਆ। ਤੁਹਾਡੇ ਇਹਦੇ ਵਿੱਚੋਂ ਹੀ ਮਤਲਬ ਇੱਕ ਗੱਲ ਹੋਰ ਵੀ ਨਿਕਲਦੀ ਹੈ, ਕਿਉਂਕਿ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੇ ਇਹ ਕੋਰਸਿਸ ਨੇ ਸਾਡੇ ਡਿਗਰੀ ਲੈਵਲ ਦੇ ਕੋਰਸ ਨੇ, ਗ੍ਰੈਜੂਏਸ਼ਨ ਦੇ ਬਰਾਬਰ ਦੇ ਕੋਰਸ ਨੇ, ਕਿਵੇਂ ਇਹ ਬਾਕੀ ਦੇ ਜਿਵੇਂ ਸਾਡੇ ਪਾਰੰਪਰਿਕ ਕੋਰਸ ਨੇ, ਟ੍ਰੈਡੀਸ਼ਨਲ ਕੋਰਸ ਨੇ ਸਾਡੇ BA ਦੇ, BSc ਦੇ, BCom, ਉਹਨਾਂ ਨਾਲੋਂ ਕਿਵੇਂ ਇਹ ਵੱਖਰੇ ਨੇ, ਕਿਵੇਂ ਇਹ ਥੋੜਾ ਡਿਫਰੈਂਸ ਰੱਖਦੇ? ਹਾਂਜੀ ਹਾਂ, ਇਹ ਜਿਹੜੇ BVO ਕੋਰਸਿਸ ਹੈ ਇਹ ਬਾਕੀ ਦੇ ਟ੍ਰੈਡੀਸ਼ਨਲ ਕੋਰਸਿਸ ਤੋਂ ਥੋੜੇ ਜਿਹੇ ਡਿਫਰੈਂਟ ਹੈਗੇ ਆ, ਕਿਉਂਕਿ ਇਹਦੇ ਵਿੱਚ ਮਲਟੀਪਲ ਐਂਟਰੀ ਅਤੇ ਮਲਟੀਪਲ ਐਗਜ਼ਿਟ ਦੀ ਫੈਸਿਲਿਟੀ ਹੈ। ਇਹ ਸੁਵਿਧਾ ਸਿਰਫ BVO ਕੋਰਸਿਸ ਦੇ ਵਿੱਚ ਹੈ, ਇਹ ਟ੍ਰੈਡੀਸ਼ਨਲ ਜਿਹੜੇ ਆਪਣੇ ਗ੍ਰੈਜੂਏਸ਼ਨ ਕੋਰਸਿਸ ਹੈ ਉਹਨਾਂ ਦੇ ਵਿੱਚ ਇਹ ਸੁਵਿਧਾ ਨਹੀਂ ਹੁੰਦੀ। ਮਤਲਬ ਤੁਸੀਂ ਕਹਿਣਾ ਚਾਹੋਗੇ BVO ਦੀਆਂ ਜਿਹੜੀਆਂ ਡਿਗਰੀਆਂ ਨੇ ਉਹਦੇ ਵਿੱਚ ਮਲਟੀਪਲ ਐਂਟਰੀ ਤੇ ਮਲਟੀਪਲ ਐਗਜ਼ਿਟ ਹੈ, ਇਹਦਾ ਕੀ ਮਤਲਬ ਹੈ ਮੈਮ? ਹਾਂਜੀ ਹਾਂ, ਦੇਖੋ ਜੇ ਕੋਈ ਬੱਚਾ 1 ਸਾਲ ਦਾ ਕੋਰਸ ਕਰਕੇ ਆਪਣੀ ਪੜ੍ਹਾਈ ਛੱਡਣਾ ਚਾਹੁੰਦਾ ਹੈ ਤੇ ਉਹ BVOC ਦੇ ਅੰਡਰ ਉਹ 1 ਸਾਲ ਦਾ ਕੋਰਸ ਕਰਕੇ ਆਪਣੀ ਪੜ੍ਹਾਈ ਨੂੰ ਛੱਡ ਸਕਦਾ ਹੈ ਤੇ ਉਹਦਾ ਉਹ ਸਾਲ ਬਰਬਾਦ ਨਹੀਂ ਹੁੰਦਾ, ਉਹਨੂੰ ਡਿਪਲੋਮਾ ਦੀ ਡਿਗਰੀ ਮਿਲ ਜਾਂਦੀ ਹੈ, ਡਿਪਲੋਮਾ ਦਾ ਸਰਟੀਫਿਕੇਟ ਮਿਲ ਜਾਂਦਾ ਹੈ। ਤੇ ਜੇਕਰ ਵਿਦਿਆਰਥੀ 2 ਸਾਲ ਦਾ ਕੋਰਸ ਕਰਦਾ ਹੈ ਤੇ ਉਹਨੂੰ ਐਡਵਾਂਸਡ ਡਿਪਲੋਮਾ ਦਾ ਸਰਟੀਫਿਕੇਟ ਮਿਲ ਜਾਂਦਾ ਹੈ ਤੇ 3 ਸਾਲ ਦੀ ਡਿਗਰੀ ਪੂਰੀ ਕਰਨ ਵਾਲੇ ਵਿਦਿਆਰਥੀ ਨੂੰ ਪੂਰੀ ਦੀ ਪੂਰੀ ਗ੍ਰੈਜੂਏਸ਼ਨ ਦੀ ਡਿਗਰੀ ਮਿਲ ਜਾਂਦੀ ਹੈ। ਇਹ ਤਾਂ ਹੋਇਆ ਮਲਟੀਪਲ ਐਗਜ਼ਿਟ, ਮਤਲਬ ਕਿ ਤੁਸੀਂ ਇਹ ਕੋਰਸ ਨੂੰ 1 ਸਾਲ ਦੇ ਲਈ ਵੀ ਕਰ ਸਕਦੇ ਹੋ, 2 ਸਾਲਾਂ ਦੇ ਲਈ ਵੀ ਕਰ ਸਕਦੇ ਹੋ ਤੇ 3 ਸਾਲ ਦੇ ਲਈ ਤੁਹਾਡੀ ਡਿਗਰੀ ਹੋ ਜਾਣੀ ਹੈ। 3 ਸਾਲ ਦੇ ਵਿੱਚ ਤੁਹਾਡੀ ਡਿਗਰੀ ਹੋ ਜਾਂਦੀ ਹੈ ਜੀ। ਤੇ ਮਲਟੀਪਲ ਐਂਟਰੀ ਦਾ ਮਤਲਬ ਹੈ ਵੀ ਜੇਕਰ ਕੋਈ ਵਿਦਿਆਰਥੀ 1 ਸਾਲ ਦਾ ਕੋਰਸ ਕਰਨ ਤੋਂ ਬਾਅਦ ਆਪਣਾ ਕੋਈ ਕੰਮ ਕਰਨ ਲੱਗ ਗਿਆ ਤੇ ਕੁਝ ਟਾਈਮ ਦੇ ਗੈਪ ਤੋਂ ਬਾਅਦ ਉਹਨੂੰ ਲੱਗਦਾ ਹੈ ਵੀ ਮੈਂ ਵਾਪਸ ਆਪਣੀ ਐਜੂਕੇਸ਼ਨਸ ਨੂੰ, ਆਪਣੀ ਸਕਿੱਲਸ ਨੂੰ ਵਧਾਉਣਾ ਹਾਂ, ਤੇ ਉਹ ਫਿਰ ਆਪਣੀ ਅਗਲੀ ਕਲਾਸ ਦੇ ਵਿੱਚ ਦਾਖਲਾ ਲੈ ਸਕਦਾ ਹੈ। ਸੋ ਇਹ ਹੈਗਾ ਮਲਟੀਪਲ ਐਂਟਰੀ ਐਂਡ ਐਗਜ਼ਿਟ, ਜਿਹੜਾ ਕਿ ਆਪਾਂ ਟ੍ਰੈਡੀਸ਼ਨਲ ਕੋਰਸਿਸ ਦੇ ਵਿੱਚ ਨਹੀਂ ਹੈ ਵੀ ਮਤਲਬ ਅਦਰਵਾਈਜ਼ ਬੱਚੇ ਜੇ BA ਦੇ 3 ਸਾਲ ਮਤਲਬ ਲਗਾਉਂਦੇ ਆ, 3 ਸਾਲ ਉਹ ਪੂਰਾ ਕਰਦੇ ਨੇ, BVOC ਦੇ ਵਿੱਚ ਵੀ ਇੰਜੀ ਹੈ, BSc ਦੇ ਵਿੱਚ ਵੀ ਇੰਜੀ ਹੈ ਵੀ 3 ਸਾਲ ਲਗਾ ਕੇ ਉਹ ਡਿਗਰੀ ਪ੍ਰਾਪਤ ਕਰਦੇ ਨੇ। ਤੇ BVOC ਕੋਰਸਾਂ ਦੇ ਵਿੱਚ ਅਗਰ ਉਹ 1 ਸਾਲ ਜਾਂ 2 ਸਾਲ ਵੀ ਲਗਾ ਲੈਂਦੇ ਨੇ ਤਾਂ ਉਹਨਾਂ ਨੂੰ ਕੋਈ ਨਾ ਕੋਈ ਡਿਪਲੋਮਾ ਜਿਹੜਾ ਸਰਟੀਫਿਕੇਟ ਹੈ ਉਹ ਮਿਲ ਜਾਂਦਾ। ਸੋ ਇਹ ਸਾਡੇ ਵਿਦਿਆਰਥੀਆਂ ਲਈ ਬਹੁਤ ਫਾਇਦੇਮੰਦ ਹੈ। ਬਿਲਕੁਲ, ਡਿਪਲੋਮਾ, ਐਡਵਾਂਸ ਡਿਪਲੋਮਾ ਤੇ ਡਿਗਰੀ ਜੀ ਇਹ ਸਰਟੀਫਿਕੇਟਸ ਇਹਨਾਂ ਨੂੰ ਮਿਲ ਜਾਂਦੇ। ਮੈਮ ਮੈਂ ਇੱਕ ਹੋਰ ਇਸੇ ਕੋਰਸ ਤੁਹਾਡੀ ਇਸੇ ਜਵਾਬ ਨਾਲ ਮਿਲੀ ਜੁਲੀ ਗੱਲ ਇੱਕ ਹੋਰ ਹੈ ਕਿ ਇਹ BVOC ਦੀਆਂ ਜਿਹੜੀਆਂ ਤੁਸੀਂ ਇੰਨੀਆਂ ਗੱਲਾਂ ਤਾਂ ਵੈਸੇ ਤੁਹਾਨੂੰ ਦੱਸ ਹੀ ਦਿੱਤੀਆਂ ਨੇ ਕਿ ਕਿਸ ਤਰ੍ਹਾਂ 1 ਸਾਲ ਲਗਾ ਕੇ, 2 ਸਾਲ ਲਗਾ ਕੇ, 3 ਸਾਲ ਲਗਾ ਕੇ ਡਿਗਰੀ ਕੋਰਸ ਜਿਹੜੇ ਨੇ ਬੱਚੇ ਕਰ ਸਕਦੇ ਨੇ ਗ੍ਰੈਜੂਏਸ਼ਨ ਲੈਵਲ ਦਾ। ਇਸ ਕੋਰਸ ਬਾਰੇ ਹੋਰ ਖੂਬੀਆਂ ਸਾਨੂੰ ਦੱਸੋ ਕਿ BVOC ਡਿਗਰੀਜ਼ ਦੀਆਂ ਹੋਰ ਕੀ ਖੂਬੀਆਂ ਹੋ ਸਕਦੀਆਂ ਨੇ? ਹਾਂਜੀ ਹਾਂ, ਜਿਹੜਾ BVOC ਕੋਰਸ ਹੈ ਇਹਦੇ ਵਿੱਚ ਉਮਰ ਦੀ ਕੋਈ ਸੀਮਾ ਨਹੀਂ ਹੈ ਜੀ, ਯਾਨੀ ਕਿ ਕਿਸੇ ਵੀ ਉਮਰ ਦਾ, ਕਿਸੇ ਵੀ ਉਮਰ ਦੇ, ਕਿਸੇ ਵੀ ਪੜਾਅ ਤੇ ਬੰਦਾ ਹਾਂ ਕਿਸੇ ਵੀ ਪੜਾਅ ਤੇ ਉਹ ਆ ਕੇ ਇਹਨਾਂ ਕੋਰਸਿਸ ਦੇ ਵਿੱਚ ਦਾਖਲਾ ਲੈ ਸਕਦੇ ਆ। ਜਿੱਦਾਂ ਕਿ ਫॉर ਐਗਜ਼ਾਮਪਲ ਮੈਂ ਤੁਹਾਨੂੰ ਦੱਸਦੀ ਆ ਵੀ ਸਾਡੇ ਜਰਨਲਿਜ਼ਮ ਦੇ ਪਿਛਲੇ ਸਾਲ ਇੱਕ ਲੜਕੀ ਨੇ ਐਡਮਿਸ਼ਨ ਲਿੱਤਾ ਤੇ ਉਹਦੇ ਫਾਦਰ ਸਾਹਿਬ ਨੇ ਵੀ ਸੇਮ ਕੋਰਸ ਦੇ ਵਿੱਚ ਐਡਮਿਸ਼ਨ ਲਿੱਤਾ। ਪਿਤਾ ਤੇ ਬੇਟੀ ਦੋਨੋਂ ਇੱਕ ਕਲਾਸ ਵਿੱਚ, ਹਾਂਜੀ ਦੋਨੋਂ ਇੱਕੋ ਕਲਾਸ ਦੇ ਵਿੱਚ ਬੈਠ ਕੇ ਪੜ੍ਹ ਰਹੇ ਸੀ ਜੀ। ਸਿਮਿਲਰਲੀ ਸਾਡੇ ਕੋਲ ਮੈਡੀਕਲ ਲੈਬ ਟੈਕਨੋਲੋਜੀ ਦਾ ਕੋਰਸ ਹੈਗਾ, ਉਹਦੇ ਵਿੱਚ ਇੱਕ ਪਰਸਨ ਹੈ ਜਿਨ੍ਹਾਂ ਦੀ ਆਪਣੀ ਲੈਬ ਚੱਲਦੀ ਹੈ। ਉਹਨਾਂ ਨੇ ਪਹਿਲਾਂ ਡਿਪਲੋਮਾ ਕੀਤਾ ਹੋਇਆ ਸੀਗਾ ਤੇ ਜਦੋਂ ਅਸੀਂ ਇਹ ਕੋਰਸ ਆਪਣੇ ਕਾਲਜ ਦੇ ਵਿੱਚ ਖੋਲਿਆ ਤਾਂ ਉਹਨਾਂ ਨੂੰ ਲੱਗਿਆ ਵੀ ਮੈਂ ਆਪਣੀ ਐਜੂਕੇਸ਼ਨ ਨੂੰ ਹੋਰ ਵਧਾ ਸਕਦਾ ਹੈਗਾ, ਮੈਂ ਆਪਣੀ ਸਕਿੱਲਸ ਨੂੰ ਐਨਹਾਂਸ ਕਰ ਸਕਦਾ ਹੈ, ਤਾਂ ਉਹਨਾਂ ਨੇ ਸਾਡੇ BVOC ਮੈਡੀਕਲ ਲੈਬ ਟੈਕਨੋਲੋਜੀ ਦੇ ਕੋਰਸ ਦੇ ਵਿੱਚ ਐਡਮਿਸ਼ਨ ਲੈ ਲਿਆ। ਨਾਲੇ ਜੇ ਕੋਈ ਵਿਅਕਤੀ ਜਿੱਦਾਂ ਉਹਨੇ ਆਪਣੀ ਐਜੂਕੇਸ਼ਨ ਛੱਡ ਦਿੱਤੀ ਹੈ, ਸੋ ਕਾਫੀ ਟਾਈਮ ਦੇ ਗੈਪ ਤੋਂ ਬਾਅਦ ਵੀ ਉਹ ਇਹਨਾਂ ਕਿੱਤਾ ਮੁਖੀ ਕੋਰਸਿਸ ਦੇ ਵਿੱਚ ਐਡਮਿਸ਼ਨ ਲੈ ਸਕਦਾ। ਮਤਲਬ ਅਗਰ ਕਿਸੇ ਦੀ ਐਜੂਕੇਸ਼ਨ ਰਹਿ ਗਈ ਹੈ, ਉਹ ਕਿਸੇ ਵਜ੍ਹਾ ਕਾਰਨ ਪੂਰੀ ਨਹੀਂ ਕਰ ਸਕੇ ਤਾਂ ਉਹ ਆਫਟਰ ਅ ਲੌਂਗ ਟਾਈਮ ਮਤਲਬ ਕੋਈ ਬ੍ਰੇਕ ਉਹਨਾਂ ਦੀ ਹੋ ਗਈ ਹੈ ਵਿੱਚ, ਤਾਂ ਉਸ ਤੋਂ ਬਾਅਦ ਵੀ ਉਹ ਆਪਣੀ ਰਹਿੰਦੀ ਸਿੱਖਿਆ ਜਿਹੜੀ ਉਹ ਪੂਰੀ ਕਰ ਸਕਦੇ। ਬਹੁਤ ਫਾਇਦਾ ਹੈ ਜੀ ਇਹਨਾਂ ਕੋਰਸਾਂ ਦਾ। ਈਵਨ ਮੈਮ ਜਿਹੜੇ ਬੱਚੇ ਵਿਦੇਸ਼ ਜਾਣ ਦੇ ਇੱਛੁਕ ਹੈ ਤੇ ਆਇਲਸ ਦੇ ਲਈ ਕਰ ਰਹੇ ਹੈ, ਤੇ ਕਿਉਂਕਿ ਇਹ ਕੋਰਸਿਸ ਸਕਿੱਲ ਡਿਵੈਲਪਮੈਂਟ ਦੇ ਅੰਡਰ ਆਉਂਦੇ ਆ, ਕਈ ਵਾਰ ਕਹਿੰਦੇ ਨੇ ਜੀ ਵੀ ਇਹ ਗੈਪ ਜਿਹੜਾ ਹੈ ਉਹ ਨਾ ਪੈ ਜਾਵੇ। ਹਾਂ ਬਿਲਕੁਲ, ਉਹ ਗੈਪ ਵੀ ਕਵਰ ਕੀਤਾ ਜਾ ਸਕਦਾ ਹੈ ਦੇ ਗੈਪ ਕਵਰ ਕਰਨ ਲਈ ਤੇ ਉਹਨਾਂ ਨੂੰ ਇੱਕ ਸਕਿੱਲ ਐਜੂਕੇਸ਼ਨ ਸਕਿੱਲਡ ਐਜੂਕੇਸ਼ਨ ਉਹਨਾਂ ਨੂੰ ਇਹਨਾਂ ਕੋਰਸਿਸ ਦੇ ਰਾਹੀਂ ਮਿਲ ਜਾਂਦੀ ਹੈ ਜੀ। ਮੈਮ ਕਿਸ ਤਰ੍ਹਾਂ ਦੇ ਕੈਰੀਅਰ ਜਿਹੜੇ ਨੇ ਇਹਨਾਂ ਕਿੱਤਾ ਮੁਖੀ ਕੋਰਸਾਂ ਨੂੰ ਲੈ ਕੇ ਜਿਹੜੇ ਵਿਦਿਆਰਥੀ ਨੇ ਜਾਂ ਅਗਲੇਰੀ ਪੜ੍ਹਾਈ, ਜੇ ਮੰਨ ਲਓ ਕਿਸੇ ਬੱਚੇ ਨੇ, ਮੰਨ ਲਓ ਕੋਈ ਬੱਚਾ ਪੜ੍ਹਨ 'ਚ ਇੰਨਾ ਅੱਛਾ ਹੈ, ਇੰਨਾ ਇੰਟੈਲੀਜੈਂਟ ਹੈ, ਹੁਸ਼ਿਆਰ ਹੈ, ਉਹ ਅੱਗੇ ਮਾਸਟਰ ਡਿਗਰੀ ਜਾਂ ਕਿਸ ਤਰ੍ਹਾਂ ਡਾਕਟਰੇਟ ਪੱਧਰ ਦੀਆਂ ਡਿਗਰੀਆਂ ਉਹ ਕਿਸ ਤਰ੍ਹਾਂ ਕਰ ਸਕਦੇ ਨੇ ਬੱਚੇ? ਹਾਂਜੀ ਦੇਖੋ, BVOC ਕੋਰਸ ਜਿੱਦਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹ ਗ੍ਰੈਜੂਏਸ਼ਨ ਕੋਰਸ ਹੈ, 3 ਸਾਲ ਦਾ ਪੂਰਾ ਡਿਗਰੀ ਕੋਰਸ ਹੈਗਾ, ਤੇ ਇਸ ਕੋਰਸ ਨੂੰ ਕਰਨ ਤੋਂ ਬਾਅਦ
ਬੱਚੇ ਜਾਂ ਤਾਂ ਆਪਣੀ ਜਿਸ ਲਾਈਨ ਦੇ ਵਿੱਚ ਉਹ ਸਕਿੱਲ ਡਿਵੈਲਪ ਕਰ ਰਹੇ ਹੈ ਓਕੇ ਉਸ ਲਾਈਨ ਦੀਆਂ ਜੌਬਸ ਲੈ ਸਕਦੇ ਹੈ, ਜਾਂ ਫਿਰ ਜਿੰਨੀਆਂ ਵੀ ਸਰਕਾਰੀ ਪੱਧਰ ਤੇ ਨੌਕਰੀਆਂ ਨਿਕਲਦੀਆਂ ਜਿਨ੍ਹਾਂ ਦੀ ਐਲੀਜੀਬਿਲਿਟੀ ਯੋਗਤਾ ਗ੍ਰੈਜੂਏਸ਼ਨ ਹੈ, ਹਾਂਜੀ, ਉਹ ਸਾਰੇ ਪੇਪਰਾਂ ਦੇ ਲਈ ਇਹ ਸਾਰੇ ਵਿਦਿਆਰਥੀ ਯੋਗ ਹੋਣਗੇ। ਮਤਲਬ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦੀਆਂ ਪੋਸਟਾਂ ਨੇ ਜਿਹੜੀਆਂ ਸਰਕਾਰੀ ਸਰਵਿਸ ਜਾਂ ਪ੍ਰਾਈਵੇਟ ਫਰਮਾਂ ਦੀਆਂ ਨੌਕਰੀਆਂ ਨੇ ਉਹਦੇ ਨਾਲ ਹੀ ਉਹ ਅਪਲਾਈ ਕਰ ਸਕਦੇ ਜਿੱਦਾਂ ਕਿ UPSC ਦੇ ਪੇਪਰ ਹੁੰਦੇ ਆ, PPSC ਦੇ ਪੇਪਰ ਹੈ, FCI ਦੀਆਂ ਜੌਬਸ ਹੈ, ਬੈਂਕਿੰਗ ਸੈਕਟਰ ਦੀਆਂ ਜੌਬਸ ਹੈ, ਪਟਵਾਰੀ ਦੀਆਂ ਜੌਬਸ ਹੈ, SSC ਦੀਆਂ ਜੌਬਸ ਹੈ। ਸੋ ਸਾਰਿਆਂ ਦੇ ਲਈ ਜਿਨ੍ਹਾਂ ਦੀ ਵੀ ਗ੍ਰੈਜੂਏਸ਼ਨ ਯੋਗਤਾ ਹੈ ਉਹ ਸਾਰੇ ਕੋਰਸਿਸ ਦੇ ਉਹ ਸਾਰੇ ਪੇਪਰਾਂ ਦੇ ਲਈ ਸਾਡੇ ਵਿਦਿਆਰਥੀ ਜਿਹੜੇ BVOC ਕਰਦੇ ਆ ਉਹ ਐਲੀਜੀਬਲ ਹੋਣਗੇ। ਤੇ ਜੇ ਬੱਚਾ ਕੋਈ ਅੱਗੇ ਸੇ ਪੋਸਟ ਗ੍ਰੈਜੂਏਸ਼ਨ ਕਰਨਾ ਚਾਹੁੰਦਾ ਹੈ ਤੇ ਉਹ ਆਪਣੇ ਫੀਲਡ ਦੇ ਵਿੱਚ ਵੀ ਪੋਸਟ ਗ੍ਰੈਜੂਏਸ਼ਨ ਕਰ ਸਕਦਾ ਹੈ, ਜਾਂ ਫਿਰ ਜਿਹੜੇ ਕੋਰਸਿਸ ਦੇ ਵਿੱਚ ਸਿਰਫ ਗ੍ਰੈਜੂਏਸ਼ਨ ਐਲੀਜੀਬਿਲਿਟੀ ਹੈ ਉਹ ਸਾਰੇ ਕੋਰਸਿਸ ਦੇ ਵਿੱਚ ਉਹ ਪੋਸਟ ਗ੍ਰੈਜੂਏਸ਼ਨ ਕਰ ਸਕਦੇ ਹੈ ਤੇ ਉਸ ਤੋਂ ਬਾਅਦ ਫਿਰ ਉਹ PhD ਆਪਣੀ ਕੰਪਲੀਟ ਕਰ ਸਕਦੇ, ਰਿਸਰਚ ਵਰਕ ਜਿਹੜਾ ਹੈ ਉਹ ਆਪਣਾ ਕਰ ਸਕਦੇ ਥੈਂਕ ਯੂ ਮੈਮ। ਮੈਮ ਤੁਸੀਂ SD ਕਾਲਜ ਵਿਦਿਅਕ ਸੰਸਥਾਵਾਂ ਨਾਲ ਜੁੜੇ ਹੋਏ ਹੋ, ਕਿਸ ਤਰ੍ਹਾਂ ਦੇ ਜਿਹੜੇ ਕਿੱਤਾ ਮੁਖੀ ਕੋਰਸ ਨੇ SD ਕਾਲਜ ਵਿਦਿਅਕ ਸੰਸਥਾ ਵਿੱਚ ਜਿਹੜੇ ਇਸ ਵੇਲੇ ਜਿਹੜੇ ਚੱਲ ਰਹੇ ਨੇ ਤੇ ਜਿਨ੍ਹਾਂ ਨੂੰ ਮਤਲਬ ਵਿਦਿਆਰਥੀ ਬਤੌਰ ਮਤਲਬ ਆਪਣੇ ਕੈਰੀਅਰ ਦੇ ਲਈ ਅਪਣਾ ਸਕਦੇ ਨੇ? ਹਾਂਜੀ ਮੈਮ, ਸਾਡੀ ਜਿਹੜੀ ਮਾਨਯੋਗ ਮੈਨੇਜਿੰਗ ਕਮੇਟੀ ਹੈ ਉਹ ਸਾਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਆ ਵੀ ਅਸੀਂ ਨਵੇਂ ਕੋਰਸਿਸ ਜਿਹੜੇ ਹੈ ਕਾਲਜ ਦੇ ਵਿੱਚ ਲੈ ਕੇ ਆਈਏ। ਸੋ ਸਾਡੀ ਮਾਨਯੋਗ ਮੈਨੇਜਿੰਗ ਕਮੇਟੀ ਅਤੇ ਪ੍ਰਿੰਸੀਪਲ ਮੈਮ ਦੀ ਅਗਵਾਈ ਹੇਠ ਹੁਣ ਇਸ ਸਮੇਂ 4 BVOC ਕੋਰਸਿਸ ਸਾਡੇ ਕਾਲਜ ਦੇ 4 ਡਿਗਰੀ ਕੋਰਸ ਮਤਲਬ ਇਸ ਵੇਲੇ ਚੱਲ ਰਹੇ ਹੈਗੇ ਆ। ਹਾਂਜੀ, ਇਹ ਸਾਰੇ ਕੋਰਸਿਸ ਨੂੰ UGC ਵੱਲੋਂ ਮਾਨਤਾ ਪ੍ਰਾਪਤ ਹੈ। ਇਹਨਾਂ ਕੋਰਸਿਸ ਯਾਨੀ ਕਿ UGC ਫੰਡਿੰਗ ਕਰਦੀ ਹੈ ਤੇ UGC ਹੀ ਚਲਾਉਂਦੀ ਹੈ, ਵੱਲੋਂ ਸਾਨੂੰ ਫੰਡਸ ਮਿਲਦੇ ਆ ਤੇ ਇਹ ਚਾਰੋਂ ਕੋਰਸਿਸ ਦੀਆਂ ਜਿਹੜੀਆਂ ਡਿਗਰੀਆਂ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਿੱਤੀਆਂ ਜਾਂਦੀਆਂ ਹਨ। ਯਾਨੀ ਕਿ ਬਾਕੀ ਦੀਆਂ ਡਿਗਰੀਜ਼ ਵਾਂਗ ਜਿਸ ਤਰ੍ਹਾਂ ਬੱਚੇ BCom BSc ਜਾਂ BA ਦੀ ਡਿਗਰੀ ਹਾਸਲ ਕਰਦੇ ਨੇ ਉਸੇ ਤਰ੍ਹਾਂ ਹੀ BVOC ਦੀ ਜਿਹੜੀ ਡਿਗਰੀ ਹੈ ਉਹ ਬੱਚੇ ਹਾਸਲ ਕਰਨਗੇ। ਬਿਲਕੁਲ ਜੀ, ਠੀਕ ਹੈ। ਤੇ ਜਿਹੜੇ 4 ਕੋਰਸਿਸ ਸਾਡੇ ਕਾਲਜ ਦੇ ਵਿੱਚ ਚੱਲ ਰਹੇ ਹਨ ਉਹ ਹੈਗੇ ਆ BVOC ਇਨ ਸੌਫਟਵੇਅਰ ਡਿਵੈਲਪਮੈਂਟ, ਇਹ ਕੰਪਿਊਟਰ ਦੇ ਨਾਲ ਰਿਲੇਟਡ ਕੋਰਸ ਹੈ, ਤੇ 2 ਕੋਰਸਿਸ ਸਾਡੇ ਹੈਲਥ ਦੇ ਨਾਲ ਰਿਲੇਟਡ ਚੱਲ ਰਹੇ ਹੈਗੇ ਆ, ਇੱਕ ਹੈਗਾ ਨਿਊਟ੍ਰੀਸ਼ਨ ਐਂਡ ਹੈਲਥ ਕੇਅਰ ਸਾਇੰਸ ਤੇ ਦੂਸਰਾ ਕੋਰਸ ਹੈਗਾ BVOC ਇਨ ਮੈਡੀਕਲ ਲੈਬੋਰੇਟਰੀ ਐਂਡ ਮੋਲੀਕੂਲਰ ਡਾਇਗਨੋਸਟਿਕ ਟੈਕਨੋਲੋਜੀ, ਤੇ ਇੱਕ ਕੋਰਸ ਜਿਹੜਾ ਸਾਡਾ DMLT ਬੋਲਦੇ ਆ, ਹਾਂ ਕਾਮਨ ਅਸੀਂ ਲੈਂਗੁਏਜ ਦੇ ਵਿੱਚ ਉਹਨੂੰ DMLT ਕਹਿ ਦਿੰਦੇ ਆ, ਠੀਕ ਹੈ। ਤੇ ਇੱਕ ਕੋਰਸ ਜਿਹੜਾ ਹੈ ਉਹ ਸਾਡਾ ਜਰਨਲਿਜ਼ਮ ਦੇ ਨਾਲ ਰਿਲੇਟਡ ਹੈ ਤੇ ਉਹਦਾ ਨਾਮ ਹੈਗਾ BVOC ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨੋਲੋਜੀ। ਜੀ ਯਾਨੀ ਕਿ ਆਪਣੇ ਜਨ ਸੰਚਾਰ ਨਾਲ ਤੇ ਪੱਤਰਕਾਰੀ ਦੇ ਨਾਲ ਜੁੜਿਆ ਹੋਇਆ ਜਿਹੜਾ ਮਲਟੀਮੀਡੀਆ ਟੈਕਨੋਲੋਜੀ ਦਾ ਕੋਰਸ ਹੈ, ਡਿਗਰੀ ਹੈ। ਬਿਲਕੁਲ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਵੀ ਜਿਹੜੇ BVOC ਕੋਰਸਿਸ ਹੁੰਦੇ ਹਨ ਇਹਨਾਂ ਦੇ ਵਿੱਚ ਥਿਉਰੀ ਦੇ ਨਾਲ ਪ੍ਰੈਕਟੀਕਲਸ ਦੇ ਉੱਪਰ ਬਹੁਤ ਧਿਆਨ ਦਿੱਤਾ ਜਾਂਦਾ ਹੈ, ਤੇ ਕਿਉਂਕਿ ਸਾਨੂੰ UGC ਵੱਲੋਂ ਫੰਡਿੰਗ ਹੋਈ ਹੈ ਸੋ BVOC ਡਿਪਾਰਟਮੈਂਟਸ ਜਿੰਨੇ ਵੀ SD ਕਾਲਜ ਦੇ ਵਿੱਚ ਹੈ ਸਾਰਿਆਂ ਦੀਆਂ ਲੈਬਸ ਬਹੁਤ ਹੀ ਆਧੁਨਿਕ ਤਰੀਕੇ ਦੇ ਨਾਲ ਬਣਾਈਆਂ ਗਈਆਂ ਹਨ। ਇਹ ਸਾਰੀਆਂ ਵੈਲ ਇਕਵਿਪਡ ਹਨ, ਜਿੰਨੇ ਵੀ ਲੇਟੈਸਟ ਕੋਈ ਟੈਕਨੋਲੋਜੀ ਕੋਈ ਇਨਸਟਰੂਮੈਂਟ ਜਿਹੜੀ ਵੀ ਚੀਜ਼ ਜਿਸ ਵੀ ਲੈਬ 'ਚ ਚਾਹੀਦੀ ਹੈ ਉਹ ਸਾਰੀ ਦੀ ਸਾਰੀ ਸੁਵਿਧਾਵਾਂ ਸਾਡੀਆਂ ਲੈਬਸ ਦੇ ਵਿੱਚ ਪ੍ਰੈਜ਼ੈਂਟ ਹਨ। ਕੋਈ ਕੈਮਰਾਸ ਚਾਹੀਦੇ ਹੈ, ਕੋਈ ਮਾਈਕਰੋਸਕੋਪਸ ਚਾਹੀਦੇ ਹੈ, ਸੋ ਸਾਰਾ ਕੁਝ ਸਾਡੀਆਂ ਲੈਬਸ ਦੇ ਵਿੱਚ ਨੈਚੁਰਲੀ ਜਿਵੇਂ ਤੁਸੀਂ ਦੱਸਿਆ ਕਿ ਪ੍ਰੈਕਟੀਕਲ ਜਿਹੜਾ ਵਰਕ ਹੈ ਉਹ ਤੇ ਕੇਂਦਰਿਤ ਹੈ ਇਹ ਕੋਰਸ ਸਾਰੇ ਡਿਗਰੀ ਕੋਰਸ ਜਿਹੜੇ ਸਾਰੇ। ਬਿਲਕੁਲ ਤੇ ਇਸ ਦੇ ਨਾਲ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੂੰਗੀ ਵੀ ਇੰਨੀ ਸੁਵਿਧਾਵਾਂ ਅਸੀਂ ਬੱਚਿਆਂ ਨੂੰ ਦਿੰਨੇ ਆ ਬਟ ਇਹਦਾ ਜਿਹੜਾ ਫੀਸ ਸਟਰਕਚਰ ਹੈ ਉਹ ਬਿਲਕੁਲ ਗ੍ਰੈਜੂਏਸ਼ਨ ਦਾ ਜਿਹੜਾ ਫੀਸ ਸਟਰਕਚਰ ਹੈ ਉਹਦੇ ਆਲਮੋਸਟ ਇਕੁਅਲ ਜਿਹਾ ਹੈ, ਕੰਪੈਰੇਬਲ ਹੈ। ਵੀ ਅਸੀਂ ਇਹ ਨਹੀਂ ਹੈ ਵੀ ਅਸੀਂ ਇਹਦੇ ਲਈ ਜਿਹੜੇ ਅਦਰਵਾਈਜ਼ ਜਿਹੜੇ ਪ੍ਰੋਫੈਸ਼ਨਲ ਕੋਰਸਿਸ ਹੁੰਦੇ ਆ ਉਹਨਾਂ ਦੇ ਲਈ ਜ਼ਿਆਦਾ ਫੀਸ। ਦੇਖੋ ਜੀ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਡੇ ਵਿਦਿਆਰਥੀਆਂ ਨੂੰ ਇਹ ਗੱਲ ਦੱਸਣ ਵਾਲੀ ਹੈ ਕਿ ਇਹਨਾਂ ਜਿਹੜੇ ਡਿਗਰੀ ਕੋਰਸਾਂ ਦੀ ਜਿਹੜੀ ਫੀਸ ਹੈ ਉਹ ਇੰਨੀ ਜ਼ਿਆਦਾ ਨਹੀਂ ਹੈ ਕਿ ਉਹ ਐਫੋਰਡੇਬਲ ਨਾ ਹੋਵੇ। ਇਹ ਸਾਡੇ ਆਮ ਜਿਸ ਤਰ੍ਹਾਂ ਦੇ ਸਾਡੇ ਵਿਦਿਆਰਥੀ BA BCom ਜਾਂ BSc ਪੱਧਰ ਦੀ ਫੀਸ ਭਰਦੇ ਨੇ ਉਸੇ ਪੱਧਰ ਦੀ ਹੀ ਇਹਨਾਂ BVOC ਡਿਗਰੀ ਕੋਰਸਾਂ ਦੀ ਫੀਸ ਹੈ, ਜਿਹੜੇ ਕਿ ਸਾਡੇ ਮਤਲਬ ਕਿ ਸਾਡੇ ਵਿਦਿਆਰਥੀਆਂ ਲਈ ਬੜਾ ਲਾਹੇਵੰਦ ਹੈ ਕਿ ਵਿਦਿਆਰਥੀ ਸਾਡੇ ਆਮ ਜਿਹੜਾ ਪਰਿਵਾਰ ਚੋਂ ਜਿਹੜਾ ਬੱਚਾ ਹੈ ਉਹ ਵੀ ਬੜੀ ਆਸਾਨੀ ਨਾਲ ਇਹ ਡਿਗਰੀ ਕੋਰਸ ਜਿਹੜਾ ਹੈ ਕਰ ਸਕਦਾ ਹੈ। ਬਿਲਕੁਲ ਨਾਲੇ ਕਿੱਤਾ ਮੁਖੀ ਕੋਰਸ ਹੈ ਸੋ ਬੱਚਿਆਂ ਨੂੰ ਰੋਜ਼ਗਾਰ ਦੇ ਅਵਸਰ ਬਹੁਤ ਜ਼ਿਆਦਾ ਮਿਲਦੇ ਆ ਇਹਦੇ ਵਿੱਚ ਜੀ। ਇਸ ਸਾਲ ਤੋਂ ਬਾਅਦ ਹੀ ਬੱਚਾ ਆਪਣੇ ਰੋਜ਼ਗਾਰ 'ਚ ਲੱਗ ਸਕਦਾ ਹੈ। ਮਤਲਬ ਇਹ ਰੋਜ਼ਗਾਰ ਮੁਖੀ ਮੇਨਲੀ ਰੋਜ਼ਗਾਰ ਮੁਖੀ ਕੋਰਸਸ ਨੇ ਜਿਨ੍ਹਾਂ 1 ਸਾਲ ਜਾਂ 2 ਸਾਲ ਖਾਸ ਕਰਕੇ ਜੋ ਡਿਗਰੀ ਕੋਰਸ ਕਰ ਲੈਂਦਾ ਵਿਦਿਆਰਥੀ ਤਾਂ ਉਹ ਨਾਲ ਦੀ ਨਾਲ ਆਪਣੇ ਕੈਰੀਅਰ ਦੇ ਸਫ਼ਰ ਦੀ ਜਿਹੜੀ ਸ਼ੁਰੂਆਤ ਉਹ ਕਰ ਸਕਦਾ ਹੈ ਤੇ ਉਹ ਬੱਚਾ ਜਿਹੜਾ ਹੈ ਆਪਣੀ ਕਮਾਈ ਦੇ ਯੋਗ ਹੋ ਸਕਦਾ ਹੈ। ਇੱਕ ਮੇਰਾ ਅੰਤਿਮ ਕੁਐਸਚਨ ਹੈ ਜੀ, SD ਕਾਲਜ ਵਿਦਿਅਕ ਸੰਸਥਾਵਾਂ ਵਿਖੇ ਜਿਹੜੇ BVOC ਦੇ ਡਿਗਰੀ ਕੋਰਸਸ ਚਲਾਏ ਜਾ ਰਹੇ ਨੇ, ਵੈਸੇ ਤੁਸੀਂ ਪਹਿਲਾਂ ਗੱਲ ਕਰ ਹੀ ਚੁੱਕੇ ਹੋ ਪਰ ਫਿਰ ਵੀ ਥੋੜੀ ਵਿਸਥਾਰ 'ਚ ਥੋੜੀ ਜਿਹੜੀ ਜਾਣਕਾਰੀ ਹੈ ਉਹਨਾਂ ਕੋਰਸਾਂ ਬਾਰੇ ਜ਼ਰੂਰ ਸਾਡੇ ਬੱਚਿਆਂ ਨੂੰ ਦਿਓ।
ਸ਼ੋਰ ਮੈਮ ਸਾਡੇ ਕੋਲ ਜਿਹੜੇ ਬੀਵੋਕ ਦੇ 4 ਕੋਰਸਿਸ ਚੱਲ ਰਹੇ ਹੈ ਉਹਨਾਂ ਦੇ ਵਿੱਚੋਂ 2 ਕੋਰਸਿਸ ਜਿਹੜੇ ਹੈ ਉਹ ਹੈਲਥ ਕੇਅਰ ਇੰਡਸਟਰੀ ਦੇ ਨਾਲ ਰਿਲੇਟਡ ਹੈਗੇ ਹੈ ਜਿੱਦਾਂ ਕਿ ਬੀਵੋਕ ਮੈਡੀਕਲ ਲੈਬੋਰੇਟਰੀ ਐਂਡ ਮੋਲੀਕੂਲਰ ਡਾਇਗਨੋਸਟਿਕ ਟੈਕਨੋਲੋਜੀ ਤੇ ਬੀਵੋਕ ਇਨ ਨਿਊਟ੍ਰੀਸ਼ਨ ਐਂਡ ਹੈਲਥ ਕੇਅਰ ਸਾਇੰਸ। ਤੇ ਜਿਹੜਾ ਬੀਵੋਕ ਇਨ ਮੈਡੀਕਲ ਲੈਬ ਟੈਕਨੋਲੋਜੀ ਹੈ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਵੱਖ-ਵੱਖ ਸੈਂਪਲ ਇਨਸਾਨੀ ਬੋਡੀ ਦੇ ਲਾਈਕ ਹਿਊਮਨ ਬੋਡੀ ਦੇ ਵੱਖ-ਵੱਖ ਸੈਂਪਲਾਂ ਦੀ ਜਾਂਚ ਕਰਨਾ ਜਿਹੜਾ ਹੈ ਉਹ ਸਿਖਾਉਂਦੇ ਆ ਜਿੱਦਾਂ ਕਿ ਬਲੱਡ ਟੈਸਟ ਕਰਨੇ, ਲੀਵਰ ਦੇ, ਕਿਡਨੀ ਦੇ, ਯੂਰਿਨ ਦੇ ਸਾਰੇ ਟੈਸਟਾਂ ਦੇ ਬਾਰੇ ਇਹਦੇ 'ਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੋ ਜਿਹੜਾ ਲੈਬ ਟੈਕਨੀਸ਼ੀਅਨ ਹੈ ਉਹ ਆਪਣੇ ਟੈਸਟਾਂ ਦੀ ਰਿਪੋਰਟ ਦੇ ਕੇ ਤੇ ਉਸ ਤੋਂ ਬਾਅਦ ਡਾਕਟਰ ਜੋ ਹੈ ਉਹ ਉਹਨਾਂ ਦੇ ਆਧਾਰ ਤੇ ਬਿਮਾਰੀ ਦੀ ਜਾਂਚ ਕਰਦੇ ਹਨ। ਤੇ ਇਸ ਕੋਰਸ ਦੇ ਵਿੱਚ ਅਸੀਂ ਬੱਚਿਆਂ ਨੂੰ ਸੈਂਪਲ ਲੈਣਾ, ਉਹਦੀ ਰਿਪੋਰਟਿੰਗ ਕਰਨਾ, ਉਹਦੀ ਟੈਸਟਿੰਗ ਕਰਨਾ ਤੇ ਡਾਕੂਮੈਂਟੇਸ਼ਨ ਕਰਨਾ ਸਭ ਕੁਝ ਸਿਖਾਉਂਦੇ ਹਨ। ਸੋ ਇਸ ਕੋਰਸ ਤੋਂ ਬਾਅਦ ਬੱਚੇ ਜੋ ਹੈ ਉਹ ਕਿਸੇ ਵੀ ਗਵਰਨਮੈਂਟ ਹਸਪੀਟਲ ਦੇ ਵਿੱਚ, ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਂ ਕਿਸੇ ਵੀ ਪ੍ਰਾਈਵੇਟ ਲੈਬ ਦੇ ਵਿੱਚ ਬਤੌਰ ਮੈਡੀਕਲ ਲੈਬ ਟੈਕਨੀਸ਼ੀਅਨਸ ਜੁਆਇਨ ਕਰ ਸਕਦੇ ਹਨ ਤੇ ਉਹ ਆਪਣੀ ਲੈਬ ਵੀ ਆਪਣੀ ਖੋਲ ਸਕਦੇ ਹਨ। ਹਾਂਜੀ ਹਾਂ ਬਿਲਕੁਲ। ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਜੇ ਬੱਚਾ 2 ਸਾਲ ਦਾ ਐਡਵਾਂਸਡ ਡਿਪਲੋਮਾ ਦਾ ਕੋਰਸ ਕਰ ਲੈਂਦਾ ਹੈ ਤੇ ਉਹ ਗਵਰਨਮੈਂਟ ਜੌਬ ਦੇ ਲਈ ਜਿਹੜਾ ਮੈਡੀਕਲ ਲੈਬ ਟੈਕਨੋਲੋਜੀ ਦੀ ਜੌਬ ਹੁੰਦੀ ਹੈ ਉਹਦੇ ਐਲੀਜੀਬਲ ਹੋ ਜਾਂਦਾ ਹੈ। ਠੀਕ ਹੈ। ਤੇ ਦੂਸਰਾ ਕੋਰਸ ਜਿਹੜਾ ਸਾਡਾ ਹੈਗਾ ਉਹ ਹੈਗਾ ਨਿਊਟ੍ਰੀਸ਼ਨ ਐਂਡ ਹੈਲਥ ਕੇਅਰ ਸਾਇੰਸ ਦਾ। ਇਹਦੇ ਵਿੱਚ ਅਸੀਂ ਸਹੀ ਖਾਣ ਪੀਣ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਆ ਕਿਉਂਕਿ ਖਾਣ ਪੀਣ ਜੋ ਹੈ ਜੇ ਸਾਡਾ ਖਾਣ ਪੀਣ ਖਰਾਬ ਹੁੰਦਾ ਹੈ ਤੇ ਉਹ ਬਹੁਤ ਸਾਰੀ ਬਿਮਾਰੀਆਂ ਨੂੰ ਜਨਮ ਦਿੰਦਾ। ਸੋ ਜੇ ਆਪਾਂ ਆਪਣੇ ਖਾਣੇ ਪੀਣੇ ਨੂੰ ਹੀ ਸਹੀ ਕਰ ਲੈਂਦੇ ਆ ਤਾਂ ਅਸੀਂ ਬਹੁਤ ਸਾਰੀ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਇਸ ਦੇ ਨਾਲ ਹੀ ਅਸੀਂ ਬੱਚਿਆਂ ਨੂੰ ਯੋਗਾ ਦੇ ਬਾਰੇ ਵੀ, ਯੋਗਾ ਦੇ ਲਾਭ ਦੇ ਬਾਰੇ ਵੀ ਇਸ ਕੋਰਸ ਦੇ ਵਿੱਚ ਦੱਸਦੇ ਹਾਂ। ਸੋ ਇਹ ਕੋਰਸ ਕਰਨ ਤੋਂ ਬਾਅਦ ਜਿਹੜੇ ਸਾਡੇ ਵਿਦਿਆਰਥੀ ਹੈ ਉਹ ਕਿਸੇ ਵੀ ਹਸਪੀਟਲ ਦੇ ਵਿੱਚ ਜਾਂ ਕਿਸੇ ਪ੍ਰਾਈਵੇਟ ਕਲੀਨਿਕਸ ਦੇ ਵਿੱਚ ਬਤੌਰ ਡਾਈਟੀਸ਼ੀਅਨ ਹਾਂ ਜਾਂ ਫਿਰ ਨਿਊਟ੍ਰੀਸ਼ਨਿਸਟ ਜੁਆਇਨ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਜਿਮ ਇੰਸਟ੍ਰਕਟਰ ਵੀ ਬਣ ਸਕਦੇ ਹਨ ਤੇ ਯੋਗਾ ਇੰਸਟ੍ਰਕਟਰ ਬਣ ਸਕਦੇ ਹਨ ਜਾਂ ਹੈਲਥ ਐਡਵਾਈਜ਼ਰ ਬਣ ਸਕਦੇ ਹਨ ਜਿਹੜੀ ਕਿ ਮੌਜੂਦਾ ਸਮੇਂ ਦੀ ਲੋੜ ਹੈ। ਬਿਲਕੁਲ। ਤੇ ਨਾਲ ਦੇ ਨਾਲ ਉਹ ਫੂਡ ਇੰਡਸਟਰੀਜ਼ ਦੇ ਵਿੱਚ ਵੀ ਇਹਨਾਂ ਦੇ ਲਈ ਕਈ ਤਰ੍ਹਾਂ ਦੀਆਂ ਜੌਬਸ ਹੁੰਦੀਆਂ ਹਨ। ਠੀਕ ਹੈ। ਤੇ ਜੇ ਆਪਾਂ ਪੋਸਟ ਗ੍ਰੈਜੂਏਸ਼ਨ ਦੀ ਗੱਲ ਕਰੀਏ ਤੇ MLT ਦਾ ਕੋਰਸ ਕਰਨ ਤੋਂ ਬਾਅਦ ਬੱਚੇ MSc in MLT ਕਰ ਸਕਦੇ ਹਨ, MSc ਮਾਈਕਰੋਬਾਇਓਲੋਜੀ ਕਰ ਸਕਦੇ ਹਨ ਤੇ MSc ਬਾਇਓਕੈਮਿਸਟਰੀ ਕਰ ਸਕਦੇ ਹਨ। ਤੇ ਫੂਡ ਐਂਡ ਨਿਊਟ੍ਰੀਸ਼ਨ ਦਾ ਕੋਰਸ ਕਰਨ ਤੋਂ ਬਾਅਦ ਬੱਚੇ ਫੂਡ ਐਂਡ ਨਿਊਟ੍ਰੀਸ਼ਨ ਦੇ ਵਿੱਚ ਹੀ ਪੋਸਟ ਗ੍ਰੈਜੂਏਸ਼ਨ ਕਰ ਸਕਦੇ ਹਨ ਜਾਂ ਫਿਰ ਫੂਡ ਐਂਡ ਡਾਇਟਿਕਸ ਦੇ ਵਿੱਚ ਵੀ ਪੋਸਟ ਗ੍ਰੈਜੂਏਸ਼ਨ ਕਰ ਸਕਦੇ ਹਨ। ਬਿਲਕੁਲ। ਤੇ ਸਾਡਾ ਜਿਹੜਾ ਤੀਸਰਾ ਕੋਰਸ ਹੈ ਉਹ ਸੌਫਟਵੇਅਰ ਡਿਵੈਲਪਮੈਂਟ ਦਾ ਕੋਰਸ ਹੈ। ਇਹ ਕੰਪਿਊਟਰ ਦੇ ਨਾਲ ਰਿਲੇਟਡ ਕੋਰਸ ਹੈ। ਸੋ ਇਸ ਕੋਰਸ ਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਦੇ ਰਿਲੇਟਡ ਸਾਰੀ ਪ੍ਰੈਕਟੀਕਲ ਨੌਲੇਜ ਦਿੱਤੀ ਜਾਂਦੀ ਹੈ ਜਿਵੇਂ ਕਿ ਵੈਬ ਡਿਜ਼ਾਈਨਿੰਗ ਕਿੱਦਾਂ ਕਰਨੀ ਹੈ, ਗ੍ਰਾਫਿਕ ਡਿਜ਼ਾਈਨਿੰਗ ਕਿੱਦਾਂ ਕਰਨੀ ਹੈ, ਮਾਈਕਰੋਸਾਫਟ ਆਫਿਸ ਦੇ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ, ਨੈਟਵਰਕਿੰਗ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਤੇ ਇਹ ਕੋਰਸ ਕਰਨ ਤੋਂ ਬਾਅਦ ਬੱਚੇ ਜਿਹੜੇ ਹੈ ਉਹ ਪ੍ਰਾਈਵੇਟ ਅਤੇ ਗਵਰਨਮੈਂਟ ਸੈਕਟਰ ਦੋਨਾਂ ਅਦਾਰਿਆਂ ਵਿੱਚ ਕੰਮ ਕਰ ਸਕਦੇ, ਜੌਬਸ ਕਰ ਸਕਦੇ ਹੈ। ਤੇ ਨਾਲੇ ਅੱਜ ਦੇ ਜਿਹੜਾ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਸਕੂਲਾਂ ਦੇ ਵਿੱਚ ਵੀ ਵੋਕੇਸ਼ਨਲ ਐਜੂਕੇਸ਼ਨ ਸ਼ੁਰੂ ਹੋ ਗਈ ਹੈ। ਸੋ ਇਹ ਬੱਚੇ ਬੀਵੋਕ ਸੌਫਟਵੇਅਰ ਡਿਵੈਲਪਮੈਂਟ ਕਰਕੇ ਸਕੂਲਾਂ ਦੇ ਵਿੱਚ ਵੀ ਸਰਕਾਰੀ ਨੌਕਰੀ ਲੈ ਸਕਦੇ ਹਨ। ਤੇ ਅਦਰਵਾਈਜ਼ ਕੋਰਸ ਕੰਪਲੀਟ ਕਰਨ ਤੋਂ ਬਾਅਦ ਇਹ ਵੈਬ ਡਿਵੈਲਪਰ ਦਾ ਕੰਮ ਕਰ ਸਕਦੇ ਹਨ, ਗ੍ਰਾਫਿਕ ਡਿਜ਼ਾਈਨਰ ਦਾ ਕੰਮ ਕਰ ਸਕਦੇ ਹਨ ਤੇ ਜਾਂ ਫਿਰ ਇਹ ਕੰਪਿਊਟਰ ਆਪਰੇਟਰ ਦਾ, ਸੌਫਟਵੇਅਰ ਟੈਸਟਰ ਦਾ, ਐਪਲੀਕੇਸ਼ਨ ਡਿਵੈਲਪਰ ਦਾ ਜਾਂ ਈਵਨ ਕਾਲਜਸ ਦੇ ਵਿੱਚ ਜੇ ਪੋਸਟ ਗ੍ਰੈਜੂਏਸ਼ਨ ਵਗੈਰਾ ਕਰ ਲੈਂਦੇ ਆ ਤਾਂ ਕਾਲਜਸ ਦੇ ਵਿੱਚ ਇਹ ਅਸਿਸਟੈਂਟ ਪ੍ਰੋਫੈਸਰ ਦਾ ਵੀ ਇਹ ਜੌਬ ਕਰ ਸਕਦੇ ਹਨ। ਤੇ ਸਾਡਾ ਜਿਹੜਾ ਚੌਥਾ ਕੋਰਸ ਹੈ ਉਹ ਹੈਗਾ ਹੈ ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨੋਲੋਜੀਜ਼ ਦਾ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਵੀ ਮੀਡੀਆ ਇੱਕ ਅਜਿਹਾ ਖੇਤਰ ਹੈ ਜਿਹਦੀ ਜ਼ਰੂਰਤ ਹਰ ਸੈਕਟਰ ਦੇ ਵਿੱਚ ਅੱਜ ਕੱਲ੍ਹ ਵੱਧ ਰਹੀ ਹੈਗੀ ਹੈ। ਇਹਦੀ ਮੰਗ ਜਿਹੜੀ ਆ ਹਰ ਸੈਕਟਰ ਦੇ ਵਿੱਚ ਵੱਧ ਰਹੀ ਹੈ। ਸੋ ਜਿਹੜਾ ਬੀਵੋਕ JMT ਡਿਗਰੀ ਕੋਰਸ ਹੈ ਇਹਦੇ ਵਿੱਚ ਅਸੀਂ ਮੀਡੀਆ ਦੇ ਰਿਲੇਟਡ ਸਾਰੇ ਪੱਖਾਂ ਦੀਆਂ ਪ੍ਰੈਕਟੀਕਲ ਜਾਣਕਾਰੀਆਂ ਦਿੰਦੇ ਹਾਂ ਜਿਵੇਂ ਕਿ ਖਬਰਾਂ ਕਿੱਦਾਂ ਲਿਖਣੀਆਂ ਹੈ, ਖਬਰਾਂ ਦੀਆਂ ਐਡੀਟਿੰਗ ਕਿੱਦਾਂ ਕਰਨੀ ਹੈ, ਰੇਡੀਓ ਅਤੇ ਚੈਨਲਸ ਦੇ ਉੱਪਰ ਐਂਕਰਿੰਗ ਕਿੱਦਾਂ ਕਰਨੀ ਹੈ। ਬਿਲਕੁਲ। ਤੇ ਨਾਲ ਹੀ ਅਸੀਂ ਕੈਮਰਾ ਦੇ ਬਾਰੇ, ਵੀਡੀਓਗ੍ਰਾਫੀ ਦੇ ਬਾਰੇ ਤੇ ਰਿਕਾਰਡਿੰਗ ਸਟੂਡੀਓ ਦੇ ਬਾਰੇ, ਅਖਬਾਰਾਂ ਦੇ ਐਡੀਟਰ ਦੇ ਬਾਰੇ ਵੀ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਆ। ਇਹ ਸਾਰੇ ਦੇ ਸਾਰੇ ਜਿਹੜੇ ਪੱਖ ਹੈ ਅਸੀਂ ਇਸ ਡਿਗਰੀ ਕੋਰਸ ਦੇ ਵਿੱਚ ਅਸੀਂ ਪੜ੍ਹਾਉਂਦੇ ਆ। ਇਹ ਸਾਰੇ ਮੌਜੂਦ ਹੈਗੇ ਆ ਸਾਰੇ ਕੋਰਸਿਸ। ਠੀਕ ਹੈ। ਤੇ ਵਿਦਿਆਰਥੀਆਂ ਦੀ ਸਹੂਲਤ ਦੇ ਲਈ ਅਸੀਂ ਸਾਡਾ ਜਿਹੜਾ ਜਰਨਲਿਜ਼ਮ ਡਿਪਾਰਟਮੈਂਟ ਹੈ ਇੱਕ ਇਹ ਵੀਕਲੀ ਅਖਬਾਰ ਪ੍ਰਿੰਟ ਕਰਦੇ ਆ ਜਿਹੜਾ ਕਿ ਪਿਛਲੇ 8 ਸਾਲਾਂ ਤੋਂ ਪ੍ਰਿੰਟ ਹੋ ਰਿਹਾ ਹੈ, ਸਮਾਜ ਦੇ ਪੱਤਰਕਾਰ। ਤੇ ਇਹਦੇ ਵਿੱਚ ਵੀ ਬੱਚਿਆਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੁੰਦੀ ਹੈ। ਤੇ ਹੁਣੇ ਸਾਡੇ ਜਰਨਲਿਜ਼ਮ ਡਿਪਾਰਟਮੈਂਟ ਦੇ ਵਿੱਚ ਇੱਕ ਬਹੁਤ ਹੀ ਵਧੀਆ ਸਟੂਡੀਓ ਬਣਾਇਆ ਗਿਆ ਹੈ ਜਿਹਦੇ ਵਿੱਚ ਨਵੀਂ ਤਕਨੀਕ ਦੇ ਕੈਮਰਾਜ਼, ਕੰਪਿਊਟਰਸ, ਮਲਟੀਮੀਡੀਆ ਟੈਕਨੋਲੋਜੀਜ਼ ਜਿਹਦੇ ਕਰਕੇ ਵੀ ਬੱਚੇ ਆਪਣਾ
ਕੋਰਸ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਵਿਹਾਰਿਕ ਤਰੀਕੇ ਨਾਲ ਪ੍ਰੈਕਟੀਕਲੀ ਸਿੱਖ ਸਕਣ, ਪ੍ਰੈਕਟੀਕਲ ਜਿਹੜਾ ਹੈ ਉਹ ਸਾਰਾ ਸਿੱਖ ਸਕਣ। ਤੇ ਇਹ ਕੋਰਸ ਕਰਨ ਤੋਂ ਬਾਅਦ ਬੱਚੇ ਜਿਹੜੇ ਹੈ ਉਹ ਬਤੌਰ ਨਿਊਜ਼ ਰਿਪੋਰਟਰ, ਨਿਊਜ਼ ਐਂਕਰ, ਕੈਮਰਾ ਪਰਸਨ, ਸਕ੍ਰਿਪਟ ਰਾਈਟਰ ਜਾਂ ਫਿਰ ਸਬ ਐਡੀਟਰ, ਰੇਡੀਓ ਜੌਕੀ ਆਦਿ ਮੀਡੀਆ ਦੇ ਨਾਲ ਜਿਹੜੀਆਂ ਵੀ ਜੌਬਸ ਜੁੜੀਆਂ ਹੋਈਆਂ ਹੈ ਉਹ ਸਾਰੀਆਂ ਦੀ ਸਾਰੀਆਂ ਜੌਬਸ ਇਹ ਪ੍ਰਾਪਤ ਕਰ ਸਕਦੇ ਹਨ, ਉਹਦੇ ਵਿੱਚ ਆਪਣਾ ਕੈਰੀਅਰ ਬਣਾ ਸਕਦੇ। ਬਿਲਕੁਲ। ਤੇ ਜੇ ਇਹ ਪੋਸਟ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹਨ ਤਾਂ ਇਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਵੀ ਕਰ ਸਕਦੇ ਹਨ ਜੀ। ਸੋ ਇਸ ਤਰ੍ਹਾਂ ਜਿੰਨੇ ਵੀ ਇਹ BVO ਕੋਰਸਿਸ ਹੈ ਇਹ ਸਾਰੇ ਕਿੱਤਾ ਮੁਖੀ ਕੋਰਸਿਸ ਹਨ, ਕਮ ਸਮੇਂ ਦੇ ਵਿੱਚ ਬੱਚਿਆਂ ਨੂੰ ਵਧੀਆ ਰੁਜ਼ਗਾਰ ਜਿਹੜੇ ਹੈ ਇਹ ਦਿਵਾ ਸਕਦੇ ਹਨ। ਜੀ, ਬਹੁਤ ਬਹੁਤ ਸ਼ੁਕਰੀਆ ਵੰਦਨਾ ਜੀ। ਸੋ ਬਹੁਤ ਹੀ ਵਡਮੁੱਲੀ ਜਾਣਕਾਰੀ ਜਿਹੜੀ ਕਿ ਕਿੱਤਾ ਮੁਖੀ ਕੋਰਸਾਂ ਨਾਲ ਜੁੜੀ ਹੋਈ ਸਾਡੇ ਵਿਦਿਆਰਥੀਆਂ ਨੂੰ ਡਾਕਟਰ ਵੰਦਨਾ ਕੁਕਰੇਜਾ ਨੇ ਪ੍ਰਦਾਨ ਕੀਤੀ ਕਿ ਕਿਸ ਤਰ੍ਹਾਂ ਜਿਹੜੇ ਵਿਦਿਆਰਥੀ ਨੇ ਮੌਜੂਦਾ ਸਮੇਂ ਵਿੱਚ ਆਪਣੇ ਕੈਰੀਅਰ ਲਈ ਇਸ ਤਰ੍ਹਾਂ ਦੇ ਕਿੱਤਾ ਮੁਖੀ ਕੋਰਸਾਂ ਨੂੰ ਚੁਣ ਕੇ ਆਪਣਾ ਕੈਰੀਅਰ ਆਰੰਭ ਕਰ ਸਕਦੇ ਨੇ। ਬਹੁਤ ਬਹੁਤ ਸ਼ੁਕਰੀਆ ਵੰਦਨਾ ਜੀ। ਥੈਂਕ ਯੂ ਡਾਕਟਰ ਅਸਪਾ।